ਰਾਜੇਵਾਲ ਦੀਆਂ ਖਰੀਆਂ ਖਰੀਆਂ ਅਫਵਾਹਾਂ ਫੈਲਾ ਕੇ ਲੋਕਾਂ ਨੂੰ ਡਰਾ ਰਹੀ ਹੈ ਕੇਂਦਰ ਸਰਕਾਰ। ਦਿੱਲੀ ਜਾ ਰਹੇ ਕਿਸਾਨਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸਰਦਾਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਕਿਸਾਨ ਸੰਘਰਸ਼ ਨੂੰ ਢਾਹ ਲਗਾਉਣ ਲਈ ਹਰ ਹਰਬਾ ਵਰਤ ਰਹੀ ਹੈ, ਜਿਸ ਦੇ ਤਹਿਤ ਕਦੇ ਕਿਸਾਨ ਧਰਨੇ ਵਾਲੀ ਥਾਂ ਦੀ ਬਿਜਲੀ ਕੱਟ ਦਿੱਤੀ ਜਾਂਦੀ ਹੈ ਤੇ ਕਦੇ ਪਾਣੀ ਦੀ ਸਪਲਾਈ ਰੋਕ ਦਿੱਤੀ ਜਾਂਦੀ ਹੈ। ਸਰਕਾਰ ਵੱਲੋਂ ਦਿੱਲੀ ਬਾਰਡਰ ਤੇ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਹੈ ਤਾਂ ਜੋ ਧਰਨਾ ਦੇ ਰਹੇ ਕਿਸਾਨਾਂ ਦਾ ਸੰਪਰਕ ਹੋਰਨਾਂ ਲੋਕਾਂ ਤੋਂ ਤੋੜਿਆ ਜਾਵੇ। ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਸਰਦਾਰ ਰਾਜੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ ਜ਼ਿਕਰ ਦੁਨੀਆ ਦੇ ਇਤਿਹਾਸ ਵਿੱਚ ਲਿਖਿਆ ਜਾਵੇਗਾ। ਉਹਨਾਂ ਕਿਹਾ, ਪਹਿਲਾਂ ਤਾਂ ਸਾਰੇ ਮੀਡੀਆ ਦੇ ਦੋਸਤਾਂ ਨੂੰ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ, ਤੁਸੀਂ ਸਾਡੀ ਗੱਲ ਲੋਕਾਂ ਤੱਕ ਪਹੁੰਚਾਉਂਦੇ ਹੋ। ਇਹ ਕਿਸਾਨ ਅੰਦੋਲਨ ਬਹੁਤ ਲੰਬੇ ਸਮੇਂ ਤੋਂ, ਅਸਲ 'ਚ ਤਾਂ ਤੁਸੀਂ ਦੇਖਿਆ ਪਿਛਲਾ ਸਾਰਾ ਸਾਲ ਹੀ ਅੰਦੋਲਨ ਦੇ ਵਿੱਚ ਲੰਘਿਆ। ਉਸ ਤੋਂ ਬਾਅਦ ਬਹੁਤ ਸਰਗਰਮੀ ਨਾਲ ਆਮ ਲੋਕਾਂ ਦੀ ਪਾਰਟਿਸਪੇਸ਼ਨ ਇਹਦੇ 'ਚ ਹੋ ਕੇ ਅੱਜ ਇਹ ਸੰਸਾਰ ਦਾ ਸਭ ਤੋਂ ਵੱਡਾ ਅੰਦੋਲਨ ਹੋ ਨਿਬੜਿਆ। ਇਸ ਅੰਦੋਲਨ ਵਿੱਚ ਦੋ ਤਿੰਨ ਗੱਲਾਂ ਜਿਹੜੀਆਂ ਦੁਨੀਆ ਦੇ ਇਤਿਹਾਸ ਵਿੱਚ ਲਿਖੀਆਂ ਜਾਣਗੀਆਂ। ਇੱਕ ਤਾਂ ਸਭ ਤੋਂ ਵੱਧ ਪੀਸਫੁਲ ਅੰਦੋਲਨ ਰਿਹਾ, ਸਭ ਤੋਂ ਲੰਬਾ ਸਮਾਂ ਅੰਦੋਲਨ ਰਿਹਾ ਔਰ ਸਭ ਤੋਂ ਵੱਧ ਪਾਰਟਿਸਪੇਸ਼ਨ ਵਾਲਾ ਅੰਦੋਲਨ ਰਿਹਾ। ਇਹ ਅੰਦੋਲਨ ਸਿਰਫ ਕਿਸਾਨਾਂ ਦਾ ਨਹੀਂ, ਹਰ ਸ਼ਹਿਰੀ ਦਾ ਅੰਦੋਲਨ ਬਣ ਗਿਆ। ਅੱਜ ਇਹ ਜਨ ਅੰਦੋਲਨ ਹੈ। ਅਸੀਂ 26 ਨਵੰਬਰ ਤੋਂ ਲਗਾਤਾਰ ਦਿੱਲੀ ਦੇ ਆਲੇ ਦੁਆਲੇ ਨਾਕਿਆਂ ਤੇ ਜਿੱਥੇ ਸਾਨੂੰ ਰੋਕਿਆ ਗਿਆ ਉੱਥੇ ਬੈਠੇ ਹਾਂ, ਸ਼ਾਂਤਮਈ ਤਰੀਕੇ ਨਾਲ ਬੈਠੇ ਹਾਂ। ਅੱਜ ਵੀ ਸ਼ਾਂਤਮਈ ਤਰੀਕੇ ਨਾਲ ਉਹ ਅੰਦੋਲਨ ਚੱਲ ਰਿਹਾ। ਇਸ ਵੇਲੇ ਜਿਹੜੀ 26 ਜਨਵਰੀ ਦੀ ਘਟਨਾ ਸੀ, ਜੋ ਹੋਇਆ ਮੰਦਭਾਗਾ ਹੋਇਆ, ਉਹਦੇ ਬਾਵਜੂਦ ਹੁਣ ਫੇਰ ਦੁਬਾਰਾ ਅੰਦੋਲਨ ਆਪਣੇ ਜੋਬਨ ਤੇ ਹੈ। ਸਾਰੇ ਲੋਕਾਂ ਦੀ, ਬਹੁਤ ਵੱਡੀ ਗਿਣਤੀ ਵਿੱਚ ਹਰਿਆਣੇ ਦੇ ਲੋਕਾਂ ਦੀ, ਹੁਣ ਯੂਪੀ ਦੇ ਲੋਕਾਂ ਦੀ, ਪੰਜਾਬ, ਰਾਜਸਥਾਨ, ਉੱਤਰਾਖੰਡ, ਇਹ ਸਾਰੀਆਂ ਸਟੇਟਾਂ ਤੋਂ ਵੱਡੀ ਗਿਣਤੀ 'ਚ ਲੋਕ ਉੱਥੇ ਪਹੁੰਚ ਰਹੇ ਨੇ ਤੇ ਸੰਭਾਵਨਾ ਇਹ ਹੈ ਵੀ 2 ਤਾਰੀਖ ਤੱਕ ਇਹ ਫਿਰ ਰਿਕਾਰਡ ਗੈਦਰਿੰਗ ਉੱਥੇ ਹੋਏਗੀ। ਸਭ ਤੋਂ ਵੱਡੀ ਗੱਲ ਫਿਰ ਇਹ ਵੀ ਇਹ ਪੀਸਫੁਲ ਹੋਏਗੀ। ਮੈਂ ਇੱਕ ਬੇਨਤੀ ਤੁਹਾਡੇ ਥਰੂ ਲੋਕਾਂ ਨੂੰ ਕਰਨਾ ਆਇਆ। ਉੱਥੇ ਜਿੱਥੇ ਅਸੀਂ ਬੈਠੇ ਹਾਂ, ਸਰਕਾਰ ਨੇ ਨੈੱਟ ਬੰਦ ਕਰ ਦਿੱਤਾ ਹੈ। ਹਰਿਆਣੇ 'ਚ ਵੀ ਨੈੱਟ ਬੰਦ ਕਰ ਦਿੱਤਾ ਹੈ ਤੇ ਕਈ ਵਾਰੀ ਉਹ ਪਾਣੀ ਬੰਦ ਕਰ ਦਿੰਦੇ ਨੇ, ਸਾਡੀ ਪਾਣੀ ਦੀ ਸਪਲਾਈ ਬੰਦ ਕਰ ਦਿੰਦੇ ਨੇ, ਬਿਜਲੀ ਸਪਲਾਈ ਬੰਦ ਕਰ ਦਿੰਦੇ ਨੇ। ਲੋਕਾਂ ਦੇ ਸਾਹਮਣੇ ਸਹੀ ਤਸਵੀਰ ਨਹੀਂ ਜਾਂਦੀ। ਜੋ ਮੰਦਭਾਗੀਆਂ ਘਟਨਾਵਾਂ ਹੋਈਆਂ ਉਹਨਾਂ ਦੀਆਂ ਤਸਵੀਰਾਂ ਦਿਖਾ ਕੇ ਲੋਕਾਂ ਨੂੰ ਡਰਾਈ ਜਾਂਦੇ ਨੇ ਸਰਕਾਰ ਵਾਲੇ। ਲੋਕਾਂ ਵਿੱਚ ਗਲਤਫਹਿਮੀਆਂ ਪੈਦਾ ਕਰ ਰਹੇ ਨੇ, ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਗੁੰਮਰਾਹਕੁਨ ਪ੍ਰਚਾਰ ਕਰਕੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਤੁਹਾਡੇ ਰਾਹੀਂ ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਾਂਗਾ, ਇਹ ਅੰਦੋਲਨ ਅੱਜ ਦੇਸ਼ ਦੇ 713 ਚੋਂ 700 ਜ਼ਿਲ੍ਹਿਆਂ ਵਿੱਚ ਪੂਰੀ ਸਰਗਰਮੀ ਨਾਲ ਚੱਲ ਰਿਹਾ ਹੈ। ਜਿਸ ਤਰ੍ਹਾਂ ਦਾ ਇੱਥੇ ਮੀਡੀਆ ਵਿੱਚ ਰਿਪੋਰਟਿੰਗ ਹੁੰਦੀ ਹੈ, ਪਤਾ ਇਹ ਲੱਗਦਾ ਵੀ ਸਾਊਥ ਦੀਆਂ ਖਬਰਾਂ ਇੱਥੇ ਬਹੁਤ ਘੱਟ ਆਉਂਦੀਆਂ, ਇੱਥੇ ਦੀਆਂ ਸਾਊਥ ਵਿੱਚ ਬਹੁਤ ਘੱਟ ਜਾਂਦੀਆਂ। ਉਹ ਸਾਰੇ ਲੋਕਾਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ, ਪਰ ਫਿਰ ਵੀ ਇਹਦੇ ਬਾਵਜੂਦ ਅੱਜ ਸਾਰੀ ਦੁਨੀਆ ਇਸ ਅੰਦੋਲਨ ਵੱਲ ਦੇਖ ਰਹੀ ਹੈ। ਤੋ ਹੁਣ ਫਿਰ ਜਿਸ ਤਰ੍ਹਾਂ ਦੁਬਾਰਾ ਪੰਜਾਬ 'ਚੋਂ ਵੱਡੀ ਗਿਣਤੀ 'ਚ, ਹਰਿਆਣੇ 'ਚੋਂ, ਯੂਪੀ 'ਚੋਂ ਵੱਡੀ ਗਿਣਤੀ 'ਚ ਕਿਸਾਨ ਜਾਣਾ ਸ਼ੁਰੂ ਹੋਏ ਨੇ, ਮੈਂ ਉਹਨਾਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਤੁਹਾਡੇ ਥਰੂ ਇਹ ਬਈ ਇਸ ਅੰਦੋਲਨ ਨੂੰ ਪੂਰੀ ਤਰ੍ਹਾਂ ਸ਼ਾਂਤਮਈ ਰੱਖਣਾ ਸਾਡੀ ਮੁੱਢਲੀ ਜ਼ਿੰਮੇਵਾਰੀ ਹੈ। ਮੈਂ ਸ਼ੁਰੂ ਤੋਂ ਇੱਕੋ ਗੱਲ ਕਹਿਣਾ ਆਪਣੇ ਭਰਾਵਾਂ ਨੂੰ ਵੀ ਜੇ ਸ਼ਾਂਤਮਈ ਰਹੋਗੇ ਤੁਹਾਡੀ ਜਿੱਤ ਯਕੀਨੀ ਹੈ। ਜਿੱਦਣ ਹਿੰਸਾ ਆਈ ਉਸ ਦਿਨ ਹਾਰ ਨਾਲ ਆ ਜਾਣੀ ਹੈ, ਉਸ ਦਿਨ ਮੋਦੀ ਦੀ ਜਿੱਤ ਹੋ ਜਾਣੀ ਹੈ। ਮੈਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਮੈਨੂੰ ਅਹਿਸਾਸ ਹੈ ਵੀ ਸਾਡਾ ਭਾਈਚਾਰਾ ਇਸ ਗੱਲ ਨੂੰ ਬਹੁਤ ਅੱਛੀ ਤਰ੍ਹਾਂ ਸਮਝ ਗਿਆ। ਉਹ ਜੋਸ਼ ਵੀ ਰੱਖਦੇ ਨੇ ਪਰ ਉਹਦੇ ਨਾਲ ਹੋਸ਼ ਰੱਖਣ ਦਾ
ਇਹ ਪਹਿਲਾ ਅੰਦੋਲਨ ਹੈ ਵੀ ਦੋਨੋਂ ਚੀਜ਼ਾਂ ਦਾ ਸੁਮੇਲ ਹੋਇਆ। ਤੋ ਹਰਿਆਣੇ ਵਿੱਚ ਜਿਸ ਤਰ੍ਹਾਂ ਖਾਪ ਪੰਚਾਇਤਾਂ ਨੇ ਫੈਸਲੇ ਲਏ ਨੇ, यूपी ਵਿੱਚ ਵੈਸਟਰਨ यूपी 'ਚ ਲਏ ਨੇ, ਈਸਟਰਨ यूपी 'ਚ ਫੈਸਲੇ ਲਏ ਨੇ, ਉਹ ਸਾਰੇ ਵੱਡੀ ਗਿਣਤੀ ਵਿੱਚ ਉੱਥੇ ਪਹੁੰਚਣ ਲੱਗੇ ਨੇ। ਤੋ ਮੇਰੀ ਸਰਕਾਰ ਨੂੰ ਇੱਕ ਅਪੀਲ ਹੈ ਵੀ ਉਹ ਇਸ ਅੰਦੋਲਨ ਨੂੰ ਜਿਸ ਭਾਵਨਾ ਨਾਲ, ਜਿਸ ਡਿਸਪਲਿਨ ਨਾਲ ਇਹ ਚੱਲ ਰਿਹਾ ਹੈ, ਇਹਦੀ ਲੋਕਾਂ ਦੀ ਨਬਜ਼ ਪਛਾਣਨ। ਔਰ ਸਰਕਾਰਾਂ ਲੋਕਾਂ ਲਈ ਹੁੰਦੀਆਂ ਨੇ, ਲੋਕ ਇਸ ਦੇਸ਼ ਦੇ ਮਾਲਕ ਨੇ। ਇਸ ਕਰਕੇ ਮੈਂ ਸਮਝਦਾ ਵੀ ਉਹਨਾਂ ਨੂੰ ਲੋਕਾਂ ਦੀ ਭਾਵਨਾ ਅਨੁਸਾਰ ਉਹ ਜਿਹੜੇ 3 ਕਾਨੂੰਨਾਂ ਤੋਂ ਲੜਾਈ ਸ਼ੁਰੂ ਹੋਈ ਉਹਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ। ਹੱਠ ਧਰਮੀ ਰਾਜ ਹੱਠ ਨਹੀਂ ਅਖਤਿਆਰ ਕਰਨਾ ਚਾਹੀਦਾ ਜਿਹੜਾ ਹੁਣ ਤੱਕ ਸਰਕਾਰ ਨੇ ਅਪਣਾਈ ਰੱਖਿਆ। ਤੋ ਮੈਂ ਅਪੀਲ ਕਰਦਾ ਆਪਣੇ ਸਾਰੇ ਭਾਈਚਾਰੇ ਨੂੰ, ਇੱਕ ਤਾਂ ਜਿਹੜੇ ਜਾ ਰਹੇ ਨੇ ਉਹਨਾਂ ਨੂੰ ਖਾਸ ਤੌਰ ਤੇ, ਕਿਉਂਕਿ ਉੱਥੇ ਨੈੱਟ ਦੀ ਸਮੱਸਿਆ ਸੀ, ਅਸੀਂ ਆਪਣੀ ਗੱਲ ਪਹੁੰਚਾ ਨਹੀਂ ਸੀ ਸਕਦੇ ਲੋਕਾਂ ਤੱਕ। ਤੋ ਮੈਂ ਉਹਨਾਂ ਨੂੰ ਇਹ ਅਪੀਲ ਉਚੇਚੇ ਤੌਰ ਤੇ ਕਰਨ ਆਇਆ ਵੀ ਭਰਾਵੋ ਆਉਣਾ ਤੁਸੀਂ ਜ਼ਰੂਰ, ਸਾਰਿਆਂ ਨੂੰ ਸੱਦਾ ਹੈ, ਤੁਹਾਡਾ ਆਪਣਾ ਅੰਦੋਲਨ ਹੈ, ਪਰ ਇਹ ਮਿੱਥ ਕੇ ਆਉਣਾ ਹੈ ਵੀ ਜੇ ਕੋਈ ਤੁਹਾਨੂੰ ਉਕਸਾਵੇ ਵੀ ਤਾਂ ਵੀ ਤੁਸੀਂ ਉਕਸਾਹਟ 'ਚ ਭਾਵੁਕ ਹੋ ਕੇ ਕੋਈ ਵੀ ਐਸੀ ਕਾਰਵਾਈ ਨਹੀਂ ਕਰਨੀ ਜਿਹਦੇ ਨਾਲ ਅੰਦੋਲਨ ਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਆਂਚ ਆਵੇ। ਜਿੰਨੇ ਲੋਕੀ ਉੱਥੇ ਆ ਰਹੇ ਨੇ, ਜਿੰਨੇ ਨੌਜਵਾਨ, ਬਜ਼ੁਰਗ, ਬਿਰਧ, ਬੀਬੀਆਂ ਜਿੰਨੇ ਉੱਥੇ ਪਹੁੰਚ ਰਹੇ ਨੇ, ਉਸ ਅੰਦੋਲਨ ਸਾਰਿਆਂ ਦਾ ਉਹਨਾਂ ਦਾ ਹੈ। ਉਹ ਸਾਰੇ ਹੀ ਪ੍ਰਧਾਨ ਨੇ, ਕੋਈ ਛੋਟਾ ਵੱਡਾ ਨਹੀਂ, ਸਾਰੇ ਬਰਾਬਰ ਨੇ। ਤੋ ਮੇਰੀ ਉਹਨਾਂ ਨੂੰ ਬੇਨਤੀ ਹੈ, ਉਚੇਚੇ ਤੌਰ ਤੇ ਬੇਨਤੀ ਕਰਨਾ ਹੈ ਵੀ ਅਸੀਂ ਕੋਈ ਉੱਥੇ ਯੁੱਧ ਲੜਨ ਨਹੀਂ ਜਾ ਰਹੇ। ਸਾਡਾ ਆਪਣਾ ਦੇਸ਼ ਹੈ, ਸਰਕਾਰ ਇਸ ਦੇਸ਼ ਦੀ ਹੈ, ਤੇ ਇਹ ਤੈਅ ਕਰਕੇ ਇੱਥੋਂ ਘਰਾਂ ਤੋਂ ਜਾਣਾ ਹੈ ਬਈ ਸਾਡੀ ਇੱਕ ਜ਼ਿੰਮੇਵਾਰੀ ਇਸ ਅੰਦੋਲਨ ਨੇ ਸਾਡੇ ਤੇ ਆਇਦ ਕੀਤੀ ਹੈ। ਉਹ ਜ਼ਿੰਮੇਵਾਰੀ ਹੈ ਇਹਨੂੰ ਸ਼ਾਂਤਮਈ ਤਰੀਕੇ ਨਾਲ ਜ਼ਬਰ ਸਹਿਣਾ ਹੈ, ਕਿਸੇ ਨਾਲ ਧੱਕਾ ਕਰਨਾ ਨਹੀਂ। ਤੋ ਉਚੇਚੇ ਤੌਰ ਤੇ ਮੈਂ ਸਰਕਾਰ ਦੀ ਇਸ ਨੀਤੀ ਦੀ ਵੀ ਮੈਂ ਨਿੰਦਾ ਕਰਦਾ ਵੀ ਉਹਨਾਂ ਨੇ ਸਾਨੂੰ ਲੋਕਾਂ ਤੋਂ ਅਲੱਗ ਕਰਨ ਵਾਸਤੇ ਜਿਹੜਾ ਨੈੱਟ ਬੰਦ ਦੀ ਸਰਵਿਸ ਹਰਿਆਣੇ 'ਚ ਤੇ ਪੰਜਾਬ ਤੇ ਇੱਥੇ ਨਾਕਿਆਂ ਦੇ ਉੱਤੇ ਜਿਹੜੀ ਨੈੱਟ ਦੀ ਬੰਦ ਕੀਤਾ ਹੈ, ਇਹ ਬਹੁਤ ਹੀ ਨਿੰਦਣਯੋਗ ਹੈ। ਇਹਦੇ ਨਾਲ ਸਰਕਾਰ ਤੋਂ ਇਹ ਉਮੀਦ ਨਹੀਂ ਹੁੰਦੀ ਵੀ ਉਹ ਅਫਵਾਹਾਂ ਫੈਲਾਏ, ਸਰਕਾਰ ਤੋਂ ਇਹ ਉਮੀਦ ਨਹੀਂ ਹੁੰਦੀ ਵੀ ਲੋਕਾਂ ਵਿੱਚ ਗਲਤਫਹਿਮੀਆਂ ਕਰੇ, ਸਰਕਾਰ ਤੋਂ ਇਹ ਉਮੀਦ ਨਹੀਂ ਹੁੰਦੀ ਲੋਕਾਂ ਵਿੱਚ ਕਿਸੇ ਤਰ੍ਹਾਂ ਦੀ ਦੁਫੇੜ ਪੈਦਾ ਕਰੇ। ਅਸੀਂ ਸਾਰਾ ਸਮਾਜ ਇੱਕ ਹਾਂ। ਇੱਥੇ ਨਾ ਕੋਈ ਹਿੰਦੂ, ਸਿੱਖ, ਮੁਸਲਿਮ, ਈਸਾਈ ਦੀ ਗੱਲ ਹੈ, ਇੱਥੇ ਨਾ ਕੋਈ ਕਿਸੇ ਜਾਤ ਪਾਤ ਦੀ ਗੱਲ ਹੈ। ਸਾਰੇ ਇੱਕ ਹਾਂ, ਸਾਰੇ ਭਾਰਤ ਵਾਸੀ ਹਾਂ, ਸਭ ਨੂੰ ਆਪਣੇ ਦੇਸ਼ ਦੀ ਚਿੰਤਾ ਹੈ। ਤੇ ਜੇ ਇਹੋ ਜੀ ਜਦੋਂ ਲੋਕੀ ਇਕੱਠੇ ਹੋ ਕੇ ਬੈਠ ਕੇ, ਪਹਿਲਾ ਅੰਦੋਲਨ ਹੈ ਜਿਹੜਾ ਇਹ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਲੜਿਆ ਜਾ ਰਿਹਾ ਹੈ। ਔਰ ਕਈ ਵਾਰੀ ਹੈਰਾਨੀ ਹੁੰਦੀ ਹੈ ਵੀ ਇੱਕੋ ਟਰਾਲੀ ਵਿੱਚ ਪਿੰਡ ਦੀਆਂ ਦੋ ਜਿਹੜੀਆਂ ਹੁਣ ਤੱਕ ਸਿਰਵੱਢਵੀਂ ਵੈਰ ਵਾਲੀਆਂ ਪਾਰਟੀਆਂ ਸੀ, ਉਹ ਦੋਨੋਂ ਇੱਕ ਟਰਾਲੀ ਵਿੱਚ ਇਕੱਠੇ ਸੌਂਦੇ ਨੇ, ਜਦੋਂ ਹਰ ਜਾਤ ਦੇ ਲੋਕ ਉੱਥੇ ਇਕੱਠੇ ਲੰਗਰ ਵਿੱਚ ਸੇਵਾ ਕਰਦੇ ਨੇ। ਇਹ ਨਿਵੇਕਲੀ ਇੱਕ ਇਸ ਅੰਦੋਲਨ ਦੀ ਖੂਬੀ ਸਾਹਮਣੇ ਆਈ ਹੈ। ਮੈਂ ਸਾਰੇ ਜਿਹੜੇ ਨੇ ਪੰਜਾਬ, ਹਰਿਆਣਾ, यूपी, ਉੱਤਰਾਖੰਡ, ਰਾਜਸਥਾਨ, ਜਿਹੜੇ ਨੇੜੇ ਦੇ ਸੂਬੇ ਨੇ, ਜਿਹੜੇ ਵੱਡੀ ਗਿਣਤੀ ਵਿੱਚ ਉੱਥੇ ਪਾਰਟਿਸਿਪੇਟ ਕਰ ਰਹੇ ਨੇ, ਦੂਰ ਦੇ ਸੂਬਿਆਂ ਦੀ ਪਾਰਟਿਸਿਪੇਸ਼ਨ ਜਿਹੜੀ ਆ ਉਹ ਬਹੁਤ ਦੂਰ ਹੋਣ ਕਰਕੇ ਭਾਵੇਂ ਟੋਕਨ ਹੈ, ਫਿਰ ਵੀ ਕਿਸੇ ਦੀ 2000, ਕਿਸੇ ਦੀ 1000, ਕਿਸੇ ਦੀ 4000 ਤੱਕ ਦੀ ਪਾਰਟਿਸਿਪੇਸ਼ਨ ਉੱਥੇ ਹੈ। ਇਹ ਸਾਬਤ ਕਰਦੀ ਹੈ ਵੀ ਸਾਰਾ ਦੇਸ਼ ਅੱਜ ਇਕਮੁੱਠ ਹੋ ਕੇ ਸਰਕਾਰ ਦੇ ਇਹ ਬਣਾਏ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ। ਧੰਨਵਾਦ। ਇਹਨਾਂ ਨੂੰ ਅਪੀਲ ਵੀ ਇੱਕ ਕਰਕੇ ਕਰ ਵੀ ਲੋਕਾਂ ਨੂੰ ਵੱਧ ਚੜ ਕੇ ਹਿੱਸਾ ਮਿਲੇ। ਕੱਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪ੍ਰਪੋਜ਼ਲ ਆਈ ਸੀ ਕਿ ਜੇਕਰ ਸਰਕਾਰ ਇੱਕ ਕਦਮ ਅੱਗੇ ਵਧੇ ਤਾਂ ਸਾਨੂੰ ਵੀ ਇੱਕ ਕਦਮ ਜਿਹੜਾ ਹੈ ਉਹ ਪਿੱਛੇ ਹਟ ਜਾਣਾ ਚਾਹੀਦਾ। ਜੇ ਉਹ ਪਿੱਛੇ ਹਟੇ ਤਾਂ ਸਾਨੂੰ ਵੀ ਹਟ ਜਾਣਾ ਚਾਹੀਦਾ। ਤੁਸੀਂ ਇਹਦੇ ਨਾਲ ਕਿੰਨਾ ਕੁ ਇਤਫਾਕ ਰੱਖਦੇ ਹੋ? ਇਹ ਸਾਰਾ ਮੁੱਦਾ ਸਾਡੀ ਜਿਹੜੀ ਕੋਰ ਕਮੇਟੀ ਆ ਉਹਦੇ ਵਿੱਚ ਡਿਸਕਸ ਕਰਨ ਵਾਲਾ ਹੈ। ਬਾਹਰੋਂ ਜਿਹੜੇ ਲੋਕ ਰਾਏ ਦਿੰਦੇ ਨੇ ਉਹਨਾਂ ਦੀ ਰਾਏ ਦੀ ਕਦਰ ਕਰਾਂਗੇ, ਵਿਚਾਰਾਂਗੇ। ਕੱਲ ਹਮਲਾ ਹੋਇਆ ਉਹ ਇੱਕ ਗਰੁੱਪ ਤੇ ਧਲੇਰ ਪੰਨੂ ਗਰੁੱਪ ਤੇ, ਤੁਸੀਂ ਉਹਦੇ ਨੂੰ ਥੋੜਾ ਪੱਲਾ ਝਾੜ ਲਿਆ ਵੀ ਇਹਨਾਂ ਦਾ ਆਪਦਾ ਮਸਲਾ ਹੈ, ਕਿਉਂਕਿ ਮਸਲਾ ਕਿਸਾਨਾਂ ਦਾ, ਉਹਨਾਂ ਦੀ ਕੋਈ ਹਮਾਇਤ ਕਰਨੀ ਚਾਹੀਦੀ ਹੈ ਜਾਂ ਨਹੀਂ? ਨਹੀਂ, ਜਿਹੜੇ ਉੱਥੇ ਆਮ ਕਿਸਾਨ ਬੈਠੇ ਨੇ ਉਹਨਾਂ ਨਾਲ ਸਾਡੀ ਹਮਦਰਦੀ ਹੈ।
ਸਾਡਾ ਉਹਨਾਂ ਨਾਲ ਕੋਈ ਵਿਰੋਧ ਨਹੀਂ। ਕੱਲ ਕੁਝ ਬੀਬੀਆਂ ਸਾਡੇ ਬੰਦੇ ਉਧਰੋਂ ਉਸ ਪਾਸਿਓਂ, ਕਿਉਂਕਿ ਸਾਡੇ ਪੰਜਾਬ ਦੀ ਇੱਜ਼ਤ ਹੈ, ਸਾਡੀਆਂ ਭੈਣਾਂ ਨੇ, ਸਾਡੀਆਂ ਮਾਵਾਂ ਨੇ, ਉਹਨਾਂ ਨੂੰ ਉਧਰੋਂ ਇੱਧਰ ਲੈ ਕੇ ਵੀ ਆਏ ਨੇ ਸੇਫ ਜਗ੍ਹਾ। ਐਸਾ ਕੋਈ ਵੈਰ ਭਾਵ ਨਹੀਂ। ਜੇ ਕਿਸੇ ਨੇ ਕੋਈ ਗਲਤੀ ਕੀਤੀ ਵੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਲੋਕਾਂ ਨੂੰ ਕੋਈ ਸਜ਼ਾ ਦੇਣ ਵਾਸਤੇ ਸਰਕਾਰ ਦੇ ਅੱਗੇ ਅਸੀਂ ਐਵੇਂ ਉਹਨਾਂ ਨੂੰ ਖੁੱਲੇ ਛੱਡ ਦਈਏ। ਇਦਾਂ ਦੀ ਨਹੀਂ ਸਾਡੀ ਲੋਕਾਂ ਨਾਲ ਹੁੰਦਾ। ਕੇਜਰੀਵਾਲ ਸਾਹਿਬ, ਲਾਲ ਕਿਲੇ ਦੀ ਬੈਰੀਕੇਡਿੰਗ ਨੂੰ ਲੈ ਕੇ ਜਿਹੜੀ ਚਰਚਾ ਸੀ ਕਿ ਉੱਥੇ ਜਾਣ ਕੇ ਪੁਲਿਸ ਨੇ ਜੋ ਕੁਝ ਕਰਾਇਆ, ਤੇ 2 ਦਿਨਾਂ ਤੋਂ ਜਿਹੜੀ ਪੱਥਰਬਾਜ਼ੀ ਹੋ ਰਹੀ ਹੈ, ਦੋਵੇਂ ਘਟਨਾਵਾਂ ਨੂੰ ਕਿਤੇ ਜੋੜ ਕੇ ਦੇਖਦੇ ਹੋ ਕਿ ਇਹਦੇ ਪਿੱਛੇ ਇੱਕੋ ਧਿਰ ਹੈ ਕੋਈ? ਇਹਦੇ ਪਿੱਛੇ ਸਰਕਾਰ ਔਰ ਰੂਲਿੰਗ ਪਾਰਟੀ ਦੇ ਬੀਜੇਪੀ ਦੇ ਆਰਐਸਐਸ ਦੀ ਇਹ ਇੱਕ ਸਾਜ਼ਿਸ਼ ਹੈ। ਉਹ ਲੋਕਾਂ ਨੂੰ ਪ੍ਰਵੋਕ ਕਰਦੇ ਨੇ ਆ ਕੇ, ਤੇ ਅਸੀਂ ਉਹ ਤੋਂ ਚੌਕਸ ਹਾਂ। ਜਿਸ ਤਰ੍ਹਾਂ ਗਾਜ਼ੀਪੁਰ ਬਾਰਡਰ ਤੇ ਹੋਇਆ, ਉੱਥੇ 2 ਐਮਐਲਏ ਤੇ ਬਹੁਤ ਸਾਰੇ ਬੀਜੇਪੀ ਦੇ ਵਰਕਰ ਆ ਕੇ ਪ੍ਰਵੋਕ ਕਰਦੇ ਰਹੇ ਸਾਡੇ ਕਿਸਾਨਾਂ ਨੂੰ। ਔਰ ਮੈਂ ਸਿਫਤ ਕਰਾਂਗਾ ਉਚੇਚੇ ਤੌਰ ਤੇ ਟਕੈਤ ਸਾਹਿਬ ਦੀ। ਉਹਨਾਂ ਨੇ ਇੰਨਾ ਭਾਵੁਕ ਵੀ ਹੋਏ, ਇੰਨਾ ਵਧੀਆ ਢੰਗ ਨਾਲ ਸੰਭਾਲਿਆ। ਉੱਥੇ ਕੋਈ ਜਿਸ ਤਰ੍ਹਾਂ ਉਹ ਆਏ ਸੀ ਖੂਨ ਖਰਾਬਾ ਕਰਨ, ਉਹਨਾਂ ਨੇ ਬਿਲਕੁਲ ਐਸੀ ਕੋਈ ਘਟਨਾ ਹੋਣ ਨਹੀਂ ਦਿੱਤੀ। ਤੇ ਉਹਦਾ ਨਤੀਜਾ ਇਹ ਹੋਇਆ ਵੀ ਯੂਪੀ ਸਾਰੀ ਸਾਡੇ ਨਾਲ ਤੁਰ ਪਈ। ਹਰਿਆਣੇ ਦਾ ਉਧਰਲਾ ਹਿੱਸਾ ਸਾਰਾ ਰਾਤੋਂ ਰਾਤ ਉੱਥੇ ਪਹੁੰਚ ਗਿਆ। ਤੇ ਮੈਂ ਇਸ ਗੱਲ ਲਈ ਅਸੀਂ ਸਾਰੇ ਅਸੀਂ ਸੋਚ ਰਹੇ ਹਾਂ, ਕੱਲ ਫੈਸਲਾ ਵੀ ਕੀਤਾ ਸੀ ਵੀ ਕਿਸੇ ਵੇਲੇ ਟਕੈਤ ਸਾਹਿਬ ਦਾ ਉਚੇਚੇ ਤੌਰ ਤੇ ਸਨਮਾਨ ਵੀ ਕਰਾਂਗੇ। ਉਹਨਾਂ ਨੇ ਸਥਿਤੀ ਨੂੰ ਵਿਗੜਨ ਤੋਂ ਸੰਭਾਲਿਆ। राज्यपाल साहब 23 जनवरी ਜਿਸ ਤਰ੍ਹਾਂ ਜਿਸ ਤਰ੍ਹਾਂ ਕਸੀਟਾ ਹੈਗਾ ਸਿੰਘੂ ਬਾਰਡਰ ਦੇ, ਉਹਦੇ ਨੂੰ ਲੈ ਕੇ ਕੁਝ ਤੁਸੀਂ ਕੋਈ ਟ੍ਰਿਬਿਊਨਲ ਵਾਸਤੇ ਨਾ ਉਹਦੇ ਗੁਜਾਰਿਸ਼ ਕੁਝ ਕਿਹਾ? ਦੇਖੋ ਜੀ, ਸਰਕਾਰਾਂ ਤੋਂ ਇਹ ਉਮੀਦ ਨਹੀਂ ਹੁੰਦੀ। ਹੁਣ ਬਦਕਿਸਮਤੀ ਹੈ ਇਸ ਦੇਸ਼ ਦੀ ਵੀ ਸਰਕਾਰ ਔਰ ਉਹਨਾਂ ਦੀ ਪਾਰਟੀ ਦੇ ਲੋਕ ਇਹ ਰਲ ਕੇ ਸਾਰਾ ਕੁਝ ਕਰ ਰਹੇ ਨੇ ਔਰ ਆ ਕੇ ਬਾਰ-ਬਾਰ ਕਿਸਾਨਾਂ ਨੂੰ ਪ੍ਰਵੋਕ ਕਰਦੇ ਨੇ। ਅਸੀਂ ਸਮਝਾ ਲਿਆ ਕਿਸਾਨਾਂ ਨੂੰ, ਜਿੰਨਾ ਮਰਜ਼ੀ ਪ੍ਰਵੋਕ ਕਰਨ, ਕਿਸਾਨ ਹੁਣ ਇਹ ਸਮਝ ਚੁੱਕੇ ਨੇ, ਉਹਨਾਂ ਦੇ ਪ੍ਰਵੋਕ ਕਰਨ ਦੇ ਬਾਵਜੂਦ ਕੋਈ ਹਿੰਸਾ ਨਹੀਂ ਕਰਨਗੇ। राज्यपाल साहब 23 जनवरी ਨੂੰ ਜਿਹੜੀ ਡੈਡਲੌਕ ਪਈ ਸੀ, ਮੀਟਿੰਗ ਹੋਈ ਸੀ 23 ਜਨਵਰੀ ਨੂੰ। ਲਾਲ ਕਿਲੇ ਦੇ ਇਹ ਵੀ ਆਈਆਂ ਖਬਰਾਂ ਵੀ ਗ੍ਰਿਫਤਾਰ ਕੀਤੇ ਗਏ, ਉਹਨਾਂ ਦੀ ਗਿਣਤੀ ਕਿੰਨੀ ਹੈ ਜਿਹਨੂੰ ਲੈ ਕੇ ਕਾਫੀ ਚਿੰਤਾ ਪੰਜਾਬ ਦੇ ਵਿੱਚ? ਉਹਦੇ ਤੇ ਅਸੀਂ ਵੀ ਚਿੰਤਤ ਹਾਂ। ਗਿਣਤੀ ਸਹੀ ਹਾਲੇ ਪਤਾ ਨਹੀਂ ਲੱਗ ਰਹੀ। ਜਦੋਂ ਰੋਜ਼ ਸਾਡੇ ਸਾਹਮਣੇ ਆਉਂਦੀਆਂ ਸੀ, ਰੋਜ਼ ਪ੍ਰਸ਼ਾਸਨ ਨੂੰ ਪੁੱਛਦੇ ਹਾਂ ਵੀ ਦੱਸੋ ਇੰਨੇ ਬੰਦਿਆਂ ਦਾ ਇੱਕ ਗਰੁੱਪ, ਇੰਨੇ ਮੁੰਡਿਆਂ ਦਾ ਇੱਕ ਗਰੁੱਪ, ਕਿਤੇ ਇੰਨੇ ਟਰੈਕਟਰ, ਉਹ ਲੱਭਦੇ ਨਹੀਂ ਕਿੱਥੇ ਨੇ। ਉਹਨਾਂ ਨੂੰ ਕਿਹਾ ਸਾਨੂੰ ਦੱਸੋ, ਤੇ ਉਹਦੇ ਬਾਰੇ रोज ऐसी करते हैं, भी चिंतित हैं। जिस तरह से यूएपीए लगा दी गई आपके ऊपर, दूसरे किसान नेताओं पर जिनका लाल किले की घटना में हाथ नहीं था, और कहा जा रहा है कि आप उसी ट्रैक्टर मार्च में थे जहां से पुलिस ने आपको रास्ता दिया था, तो क्या कहेंगे कि यदि आपकी गिरफ्तारी होती है तो सेकंड लीडरशिप आपके पास तैयार है? सब कुछ ठीक है, सारा लोग संभाल लेंगे, और आंदोलन में और कुछ नहीं होता, हार नहीं कोई डालता, केस ही पढ़ते हुए। राज्यपाल साहब 23 जनवरी को जो लास्ट मीटिंग हुई थी, उस तो बाद कोई अगली मीटिंग का कोई फैसला हुआ है कि अगली मीटिंग जानी है सरकार? फिलहाल कोई नहीं, जो सरकार बुलाएगी तो जावांगे। राकेश टिकैत के आंसुओं ने लग रहा है कि आंदोलन को एक नई धार दे दी है। जिस तरह से कहा जा रहा था, टीवी चैनलों में भी आ रहा था कि आंदोलन अब नहीं रहेगा। देखिए, हम सभी लोग जितने भी इस किसान आंदोलन से बहुत लंबे समय से जुड़े हैं, हमारे अंदर एक तड़प सी किसान के लिए तो है। अगर मुझे कोई कहे आई एम वन ऑफ द फाउंडर्स, मुझे ज़िंदगी के मैंने अपने 51 साल इस आंदोलन में लगाए हैं, इसका कॉन्स्टिट्यूशन मैंने लिखा है। अगर मेरे सामने किसी किसान के साथ ज्यादती होती है, कई बार मैं अपने आप को कंट्रोल नहीं कर पा रहा, जो ज्यादती करने वाला ऑफिसर होता है उसको मैं सीधा सीधा कड़ा जवाब देता हूँ। तो ये नेचुरल है, जो लोग किसान आंदोलन में लंबे समय से जुड़े हुए हैं वो कई बार भावुक हो जाते हैं, और टिकैत साहब अंदर से भावुक हुए थे, वो आहत हुए थे सरकार के उस तरीके से, जिस तरीके से वो किसानों के साथ पेश आ रहे थे। राज्यपाल साहब, एक सवाल है, जैसे आपने कहा कि प्रोवोक कई लोग कर रहे थे किसानी आंदोलन को लेके, 26 जनवरी के एक दिन पहले यानी कि एक रात को जो स्टेज पर जो भी हुआ, तो आपने इससे पहले कोई मीटिंग करी, या जो आपके साथ पुलिस ऑफिसर्स की भी मीटिंग हुई, तो आपने उनको ये बताया कि इस तरह से जो बैड एलिमेंट है या जो प्रोवोक कर रहे हैं किसानों को, उनके लिए आप लोगों के लिए ऑब्वियस खतरा है, जो भी 26 जनवरी को हुआ सबने जो आपकी स्टेज के ऊपर, जो आपकी स्टेज पर उस टाइम में 25 तारीख की जो रात को 9, साढ़े 9, 10 बजे, बल्कि आप लोगों का स्टेज 6, साढ़े 6 बजे जो है वो बंद हो जाता है, लेकिन 9, साढ़े 9 बजे वो लोग स्टेज पर थे, और जो वीडियोस बोल रही हैं, जो ऑडियो बोल रही है कि वहां पर किस तरह से नारे लगाए गए और गलत शब्द जो है वहां पर यूज किए गए, तो आप लोगों ने कोई एक्शन? देखिए, हमारा वहाँ पे कोई
लड़ाई झगड़ा करके हिंसा पैदा करने का कोई मन नहीं। ये हमारी बेसिक पॉलिसी है कि हम हिंसा में बिल्कुल नहीं जाएंगे। और वहाँ पे जो हुआ उस वक्त हमारी मीटिंग चल रही थी। आमतौर पे हम हर रोज़ शाम को 5 बजे के बाद रहराज साहब का पाठ करके अरदास करके स्टेज समाप्त कर देते हैं। ਰਾਜੇਵਾਲ ਸਾਹਿਬ ਇੱਕ ਸਵਾਲ ਆ ਰਿਹਾ ਕਿ ਜਿਹੜੀ ਅਗਲੀ ਮੀਟਿੰਗ ਲਈ ਹੈ ਉਹਦੇ ਲਈ ਰਾਜਨਾਥ ਸਿੰਘ ਲੀਡਰਾਂ ਨਾਲ ਸੰਪਰਕ ਕਰਨ ਲੱਗੇ ਨੇ। ਉਹਨਾਂ ਦੇ ਕੁਝ ਲੀਡਰਾਂ ਨੂੰ ਫੋਨ ਆਏ ਨੇ ਕਿ ਰਾਜਨਾਥ ਨੂੰ ਚਿਹਰਾ ਬਣਾ ਕੇ ਮੁੱਢੇ ਲਾਉਣ 1.5 ਸਾਲ ਵਾਲੀ ਪ੍ਰਪੋਜ਼ਲ 3 ਸਾਲ ਦੇਣ ਦੀ ਤਿਆਰੀ 'ਚ ਕੁਝ ਇਹੀ ਜੀ ਗੱਲ ਹੋਈ ਹੈ ਕੋਈ? नहीं, अभी ये हवा में ही है। अभी ऐसी हमारे पास कोई बात नहीं है। राज्यपाल साहब, दीप सिद्धू का बार बार नाम लिया रहा है। दीप सिद्धू ने अपने वीडियो जारी करके कहा है कि यदि वो अपने आई पे उतर आए तो किसान नेताओं को मुंह दिखाने के लायक नहीं छोड़े। डेली काफी रात खुलेगी इस तरह से। चलो चलो, वो उसकी इच्छा है। हम उसके प्रवोक करने से गुस्से में नहीं आएंगे। कोई बात नहीं। वो जो वो करते हैं वो लोग, समाज देख रहा है, सभी लोग देख रहे हैं। जो हम करते हैं उसको भी लोग देख रहे हैं। देखो तो ਕਿਹਾ ਵੀ ਜਿਹੜੀ ਸਟੇਜ ਆ ਉਸ ਸਮੇਂ ਤੁਹਾਡੀ ਮੀਟਿੰਗ ਚੱਲ ਰਹੀ ਸੀਗੀ, ਸਟੇਜ ਛੱਡਣਾ ਵਾਜਬ ਸੀਗਾ? नहीं, वो रात स्टेज बंद होंगी है। ਰਾਤ ਜਦੋਂ ਰਹਿਰਾਸ ਦਾ ਪਾਠ ਹੋ ਜਾਂਦਾ ਹੈ, ਉਹ ਸਮਾਪਤੀ ਦਾ ਚਿੰਨ੍ਹ ਹੁੰਦਾ, ਉਹ ਤੋਂ ਬਾਅਦ ਸਟੇਜ ਸਮਾਪਤ ਹੋ ਜਾਂਦੀ ਹੈ। ਫਿਰ ਕੋਈ ਬੁਲਾਰਾ ਨਹੀਂ ਬੋਲਦਾ, ਉੱਥੇ ਸਟੇਜ ਬੰਦ ਹੁੰਦੀ ਹੈ। ਉਹਨਾਂ ਨੇ ਆ ਕੇ ਰਾਤ ਨੂੰ 12 आपको ਵਜੇ जो नोटिस आया है उसमें आप इन्वेस्टिगेशन ज्वाइन करेंगे आप? वो हैरान होंगे आप। वो नोटिस देते हैं हमें 27 तारीख को। उसी सिलसिले में 26 को FIR होगी। 27 को नोटिस देके कहते हैं कि आपके खिलाफ कार्रवाई की जाए। ये 3 दिन के अंदर अंदर जवाब दो। कार्रवाई तो पहले हो गई, जवाब का मतलब आप इन्वेस्टिगेशन सर ज्वाइन करेंगे? नहीं, हम जवाब भेजेंगे, उनको देखेंगे क्या होता है। ਰਾਜੇਵਾਲ ਸਾਹਿਬ, ਤੁਸੀਂ ਬਕਾਲਾ ਕਿਹਾ ਕਿ ਜਿਵੇਂ ਪੰਨੂ ਪੰਦੇਰ ਔਰ ਜਿਹੜਾ ਦੀਪ ਸਿੱਧੂ ਸੀ ਇਹ ਗਦਾਰ ਨੇ, ਤੁਹਾਨੂੰ ਜਿਹੜੇ ਬਾਕੀਆਂ ਸੀ ਸੰਬੋਧਨ ਕੀਤਾ ਸੀ ਨਾ, ਉੱਪਰ ਲੱਗ ਹੋਣਾ ਚਾਹੀਦਾ, ਨਾਲ ਜੋੜੋ। ਉਹਦਾ ਕਹਿਣਾ ਹੈਗਾ ਸੀ ਕਿ ਵੀ ਜੇ ਮੈਂ ਗਦਾਰਾਂ ਦੇ ਜਿਹੜੇ ਬਾਕੀ ਹਜ਼ਾਰਾਂ ਬੰਦੇ ਗਏ ਨੇ ਉੱਥੇ ਕਿਲੇ ਤੇ ਗਏ ਨੇ, ਉਹ ਵੀ ਗਦਾਰ ਹੋ ਜਾ ਕੇ, ਕਿਉਂਕਿ ਜਿਨ੍ਹਾਂ ਦੇ ਸਿੱਧੂ ਰਾਜੇਵਾਲ ਸਾਹਿਬ ਦੇ ਕਈ ਬੰਦੇ ਸੀਗੇ ਜਿਹੜੇ ਸਾਡੇ ਸਟੇਜ ਉੱਪਰ ਉੱਥੇ ਲਾਲ ਕਿਲੇ ਪਹੁੰਚੇ ਸੀ ਆ ਕੇ, ਤਾਂ ਨਾਮ ਦੱਸ ਸਕਦੇ। ਜਿਵੇਂ ਮੇਰੇ ਸਾਥੀ ਨੇ ਦੱਸੀ ਗੱਲ ਕਿ ਵੀ ਖੁਲਾਸੇ ਕਰਾਂਗਾ ਤਾਂ ਬਹੁਤ ਕੁਝ ਨਿਕਲ ਆਪਾਂ ਆਲੇ ਬਾਰੇ ਕੀ ਕਹਿਣਾ ਚਾਹੁੰਦੇ? देखो, उन्होंने दी गल हो जानन, मैं ਉਹਦੇ ਬਾਰੇ ਕੁਝ ਨਹੀਂ ਕਹਿਣਾ। ਪਰ ਇਹ ਠੀਕ ਹੈ ਵੀ ਕੁਝ ਲੋਕ ਉਸ ਵੇਲੇ ਮਾਹੌਲ ਇਹੋ ਜਿਹਾ ਸੀ। ਅਸੀਂ ਜਿਹੜਾ ਸਾਨੂੰ ਰੂਟ ਦਿੱਤਾ ਸੀ ਬਾਰਡਰ ਤੇ, ਬਿਲਕੁਲ ਜਿੱਥੋਂ ਰਿੰਗ ਰੋਡ ਹੈ ਉਹ ਤੋਂ ਇੰਡਸਟਰੀਅਲ ਏਰੀਆ ਨੂੰ ਕੱਟ ਹੈ ਉੱਥੋਂ। ਚੰਡੀਗੜ੍ਹ ਤੋਂ ਸਕਾਈ ਹੱਕ ਟਾਈਮਜ਼ ਦੀ ਰਿਪੋਰਟ।